ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਹਮੇਸ਼ਾ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਰਹਿੰਦੀ ਹੈ ਕਿ ਸਟੱਡੀ ਵੀਜ਼ਾ ਨਾਲ ਜੁੜੇ ਜਿੰਨੇ ਵੀ ਸਟੂਡੈਂਟਸ ਦੇ ਡਾਊਟ ਨੇ, ਮਸਲੇ ਨੇ, ਉਹਨਾਂ ਦੇ ਹੱਲ ਲਈ ਜਿਹੜੇ ਇੰਡਸਟਰੀ ਦੇ ਟੌਪ ਦੇ ਜਿਹੜੇ ਪਲੇਅਰਸ ਨੇ ਉਹਨਾਂ ਨੂੰ ਬੁਲਾਇਆ ਜਾਵੇ, ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਬੁਲਾਇਆ ਜਾਵੇ ਤੇ ਮਸਲੇ ਦੇ ਹੱਲ ਤੇ ਡਿਸਕਸ਼ਨ ਕੀਤੀ ਜਾਵੇ ਤੇ ਕੋਸ਼ਿਸ਼ ਰਹੇ ਕਿ ਵੀਡੀਓ ਦੇ ਐਂਡ ਦੇ ਵਿੱਚ ਕੋਈ ਰੈਲੇਵੈਂਟ ਸੋਲੂਸ਼ਨ ਜ਼ਰੂਰ ਪ੍ਰੋਵਾਈਡ ਕੀਤਾ ਜਾਵੇ। ਸੋ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਵਿਦਆਊਟ ਆਇਲਸ ਦੀ। ਤੁਸੀਂ ਵੀ ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਦੇਖੀਆਂ ਹੋਣੀਆਂ ਕਿ ਕੈਨੇਡਾ ਵਿਦਆਊਟ ਆਇਲਸ ਤੁਹਾਨੂੰ ਅਪਲਾਈ ਕੀਤਾ ਜਾ ਸਕਦਾ ਹੈ ਤੇ ਤੁਹਾਨੂੰ ਵੀਜ਼ਾ ਵੀ ਮਿਲ ਜਾਏਗਾ। ਸੋ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਦੀ ਰਿਐਲਿਟੀ ਕੀ ਹੈ, ਕੀ ਇਹ ਪੋਸੀਬਲ ਹੁੰਦਾ ਤੇ ਵਿਦਆਊਟ ਆਇਲਸ ਜਿਹੜੇ ਜਾਂਦੇ ਨੇ ਕੀ ਉਹ ਕੋਈ ਅਲੱਗ ਕੈਟੇਗਰੀ ਹੁੰਦੀ ਹੈ ਤੇ ਉੱਥੇ ਜਾਣ ਤੋਂ ਬਾਅਦ ਕੀ ਉਹਨਾਂ ਨੂੰ ਉਹੀ ਸਟੇਟਸ ਮਿਲਦਾ ਹੈ ਜਿਹੜਾ ਆਇਲਸ ਕਰਕੇ ਸਟੂਡੈਂਟਸ ਜਾਂਦੇ ਨੇ, ਜਾਂ ਫਿਰ ਉਹਨਾਂ ਨੂੰ ਕੁਝ ਲੋ ਲੈਵਲ ਦੇ ਇੰਸਟੀਟਿਊਟਸ ਮਿਲਦੇ ਨੇ ਜਾਂ ਵਧੀਆ ਕਾਲਜ 'ਚ ਐਡਮਿਸ਼ਨ ਮਿਲਦੀ ਹੈ। ਸੋ ਗੱਲਬਾਤ ਕਰਨ ਲਈ ਮੌਜੂਦ ਨੇ ब्रॉडवे ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। जगप्रीत जी स्वागत है। थैंक यू दीपक जी, और इस वीडियो ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਗਪ੍ਰੀਤ ਜੀ, ਅੱਜ ਦੀ ਡਿਸਕਸ਼ਨ ਦੇ ਵਿੱਚ ਕੈਨੇਡਾ ਵਿਦਆਊਟ ਆਇਲਸ ਦੇ ਇਰਦ ਗਿਰਦ ਜਿਹੜੇ ਸਵਾਲ ਨੇ ਜੀ ਉਹਨਾਂ ਤੇ ਚਰਚਾ ਕਰਾਂਗੇ। ਕੈਨੇਡਾ ਵਿਦਆਊਟ ਆਇਲਸ ਸਭ ਤੋਂ ਪਹਿਲਾਂ ਪੋਸੀਬਲ ਹੁੰਦਾ, ਨਹੀਂ ਹੁੰਦਾ, ਜੇ ਹੁੰਦਾ ਤਾਂ ਉਹਦਾ ਕੀ ਪ੍ਰੋਸੀਜਰ ਹੁੰਦਾ ਹੈ, ਕਿੰਨੇ ਕੁ ਉਹਦੇ ਤੇ ਖਰਚਾ ਆਉਂਦਾ ਹੈ, ਕਿ ਆਇਲਸ ਤੋਂ ਜ਼ਿਆਦਾ ਆਉਂਦਾ ਹੈ, ਘੱਟ ਆਉਂਦਾ ਹੈ, ਜੇ ਐਡਮਿਸ਼ਨ ਮਿਲਦੀ ਹੈ ਤਾਂ ਕਿਸ ਤਰੀਕੇ ਦੇ ਇੰਸਟੀਟਿਊਟਸ ਦੇ ਵਿੱਚ ਮਿਲਦੀ ਹੈ, ਐਡਮਿਸ਼ਨ ਤੋਂ ਬਾਅਦ ਦਾ ਪ੍ਰੋਸੈਸ ਕੈਨੇਡਾ ਪਹੁੰਚ ਕੇ ਪੀਆਰ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ। ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਦੀਪਕ ਜੀ। ਦੀਪਕ ਜੀ, ਸਪੈਸ਼ਲੀ ਅਗਰ ਆਪਾਂ ਹੁਣ ਇਸ ਡਿਸਕਸ਼ਨ ਨੂੰ ਸਟਾਰਟ ਕਰੀਏ ਤਾਂ ਜਿਹੜਾ ਆਪਾਂ ਸ਼ਬਦ ਲਿਆ ਹੈ ਕੈਨੇਡਾ ਦੇ ਨਾਲ ਵਿਦਆਊਟ ਆਇਲਸ ਜੀ, ਇਹ ਬਹੁਤ ਹੀ ਇੱਕ ਸਿਗਨੀਫੀਕੈਂਟ ਵਰਡ ਹੈ। ਇਹਨੂੰ ਪੋਜ਼ਿਟਿਵ ਵੇ ਦੇ ਵਿੱਚ ਵੀ ਯੂਟਿਲਾਈਜ਼ ਕੀਤਾ ਜਾ ਸਕਦਾ ਹੈ ਔਰ ਇਹਨੂੰ ਨੈਗੇਟਿਵ ਵੇ ਦੇ ਵਿੱਚ ਵੀ ਯੂਟਿਲਾਈਜ਼ ਕੀਤਾ ਜਾ ਸਕਦਾ ਹੈ ਜੀ। ਫਸਟ ਆਫ ਆਲ ਮੈਂ ਇੱਕ ਚੀਜ਼ ਕਲੀਅਰ ਕਰਦਾ ਕਿ ਇੰਡੀਆ, ਆਪਾਂ ਜਿਸ ਕੰਟਰੀ 'ਚੋਂ ਹੈਗੇ ਆ, ਇਹ ਬੇਸਿਕਲੀ ਇੱਕ ਨੌਨ ਇੰਗਲਿਸ਼ ਸਪੀਕਿੰਗ ਕੰਟਰੀ ਹੈ ਜੀ, ਠੀਕ ਹੈ ਜੀ। ਕੈਨੇਡਾ ਜਾਣ ਦੇ ਲਈ ਜਿਹੜਾ ਕਿ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਹੈ, ਕੋਈ ਵੀ ਅਗਰ ਨੌਨ ਇੰਗਲਿਸ਼ ਸਪੀਕਿੰਗ ਕੰਟਰੀ ਤੋਂ ਕੈਂਡੀਡੇਟ ਐਜ਼ ਅ ਸਟੂਡੈਂਟ ਉੱਥੇ ਜਾਣਾ ਚਾਹੁੰਦਾ ਤੇ ਉਹਨੂੰ ਆਪਣੀ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਐਗਜ਼ਾਮ ਜਿਹੜਾ ਹੈ, ਉਹਦੇ ਕ੍ਰੈਡੈਂਸ਼ੀਅਲਸ ਜਿਹੜੇ ਨੇ, ਉਹਦੀ ਅਸੈਸਮੈਂਟ ਹੋਣੀ ਜ਼ਰੂਰੀ ਹੈ ਪ੍ਰੋਗਰਾਮ ਟੂ ਪ੍ਰੋਗਰਾਮ। ਹੁਣ ਅਗਰ ਗੱਲ ਕਰੀਏ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮ ਦੀ, ਉਹ ਵੱਖ-ਵੱਖ ਤਰੀਕੇ ਦੇ, ਜਿਹਦੇ ਵਿੱਚ ਆਇਲਸ ਵੀ ਆਉਂਦਾ ਹੈ, ਜਿਹਦੇ ਵਿੱਚ ਪੀਟੀ ਵੀ ਆਉਂਦਾ ਤੇ ਜਿਹਦੇ ਵਿੱਚ ਟੋਫਲ ਵੀ ਆਉਂਦਾ ਹੈ। ਕੈਨੇਡਾ ਜਾਣ ਵਾਲੇ ਸਟੂਡੈਂਟਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਟੋਫਲ ਜਿਹੜਾ ਉਹ ਘੱਟ ਪੋਪੂਲਰ ਹੈ। ਮੋਸਟਲੀ ਜਿਹੜੇ ਪੰਜਾਬ ਤੋਂ ਸਟੂਡੈਂਟ ਜਾਂ ਇੰਡੀਆ ਤੋਂ ਜਾਂਦੇ ਨੇ ਉਹ ਜ਼ਿਆਦਾਤਰ ਬੱਚੇ ਆਇਲਸ ਕਰਦੇ ਨੇ ਜਾਂ ਪੀਟੀਈ ਕਰਦੇ ਨੇ। ਹੁਣ ਗੱਲ ਆਉਂਦੀ ਹੈ ਜੀ ਕਿ ਕਈ ਸਟੂਡੈਂਟਸ ਜਿਹੜੇ ਨੇ ਉਹ ਆਇਲਸ ਨੂੰ ਵਧੀਆ ਸਕੋਰ ਨਹੀਂ ਕਰ ਪਾਉਂਦੇ। ਤੁਸੀਂ ਮੰਨ ਲਓ ਵੀ ਉਹਨਾਂ ਦਾ ਕੈਲੀਬਰ ਉਹਨਾਂ ਨਹੀਂ ਹੈ, ਜਾਂ ਉਹ ਉਸ ਐਗਜ਼ਾਮ ਦੇ ਸਟੈਂਡਰਡਸ ਨੂੰ ਮੀਟ ਨਹੀਂ ਕਰ ਪਾਉਂਦੇ। ਉਹਨਾਂ ਦਾ ਕੀ ਬੈਕਗਰਾਊਂਡ ਰਿਹਾ, ਕੀ ਬੇਸਿਕਸ ਰਹੇ ਨੇ ਐਜੂਕੇਸ਼ਨ ਦੇ, ਇਹ ਬਹੁਤ ਮੈਟਰ ਕਰਦੇ। ਹੁਣ ਵਿਦਆਊਟ ਆਇਲਸ ਪੋਸੀਬਿਲਿਟੀ ਡੈਫੀਨੇਟਲੀ ਹੈ ਅਗਰ ਆਪਾਂ ਪੀਟੀਈ ਦੇ ਨਾਲ ਜਾਂਦੇ ਹਾਂ। ਇਹਨੂੰ ਅਗਰ ਆਪਾਂ ਇਹਦਾ ਆਲਟਰਨੇਟ ਲੈ ਕੇ ਚੱਲੀਏ ਵਰਡ ਦਾ, ਤਾਂ ਦੈਟ ਇਜ਼ ਪੀਟੀਈ, ਜਿਹਨੂੰ ਆਪਾਂ ਜੀ ਤੋਂ ਆਇਲਸ ਨਹੀਂ ਹੋਈ ਕੀ ਗਰੰਟੀ ਕਿ ਉਹ ਪੀਟੀਈ ਕਰ ਲੂ। ਬਿਲਕੁਲ, ਬਹੁਤ ਸਹੀ ਸਵਾਲ ਹੈ। ਮੋਸਟਲੀ ਸਟੂਡੈਂਟ ਜਦੋਂ ਆਇਲਸ ਕਰਦੇ ਨੇ, ਆਪਾਂ ਦੇਖਿਆ ਜੀ ਕਈਆਂ ਦੇ ਓਵਰਆਲ 5.5 ਹੀ ਰਹਿ ਜਾਂਦੇ ਆ, ਜਾਂ ਕਿਸੇ ਦਾ ਓਵਰਆਲ 6 ਹੁੰਦਾ, 2 'ਚ 5.5 ਜਾਂ 3 'ਚ 5.5 ਹੈ। ਪੀਟੀਈ ਦਾ ਕ੍ਰਾਈਟੀਰੀਆ ਦੀਪਕ ਜੀ ਸਟੂਡੈਂਟ ਮੋਸਟਲੀ ਇਸ ਲਈ ਆਪਟ ਕਰਦੇ ਨੇ ਕਿਉਂਕਿ ਉਹਦੇ 'ਚ ਇੱਕ ਬ੍ਰੈਕਟ ਹੈ ਪੁਆਇੰਟਸ ਦੀ। ਪੀਟੀ ਨੂੰ ਲੈ ਕੇ ਅਗਰ ਗੱਲ ਕਰਾਂ ਤਾਂ 51 ਤੋਂ ਲੈ ਕੇ 58 ਤੱਕ ਦਾ ਜਿਹੜਾ ਸਕੋਰ ਹੈ, ਜਿਹੜਾ ਪੁਆਇੰਟ ਹੈ, ਉਹਨੂੰ 6 ਦੇ ਇਕੁਇਵਲੈਂਟ ਉਹ ਕੰਸੀਡਰ ਕੀਤਾ ਜਾਂਦਾ ਹੈ। 51 ਤੋਂ ਥੱਲੇ ਆ ਜਾਈਏ ਤੁਹਾਨੂੰ 5.5 ਤੱਕ ਕੀਤਾ ਜਾਂਦਾ ਹੈ, 43 44 ਤੱਕ ਉਸ ਤੋਂ ਥੱਲੇ ਚਲੇ ਜਾਈਏ ਤਾਂ ਫਿਰ 5 ਕੰਸੀਡਰ ਕੀਤਾ ਜਾਂਦਾ ਹੈ। ਇਸ ਕਰਕੇ ਜਿਹੜਾ ਸਟੂਡੈਂਟ ਆਇਲਸ ਨਹੀਂ ਕਰ ਪਾਉਂਦਾ ਐਪਰੋਪਰੀਏਟ ਜਾਂ ਜੋ ਡਿਜ਼ਾਇਰਡ ਸਕੋਰ ਨੇ ਉਹ ਨਹੀਂ ਲੈ ਪਾਉਂਦਾ, ਤਾਂ ਉਹ ਸਟੂਡੈਂਟ ਪੀਟੀ ਅਟੈਂਪਟ ਕਰਦਾ ਹੈ। ਹੁਣ ਇੱਥੇ ਜਿਹੜੀ ਮੇਨ ਸਮਝਣ ਦੀ ਜ਼ਰੂਰਤ ਹੈ, ਜਦੋਂ ਕੋਈ ਵੀ ਸਟੂਡੈਂਟ ਕੈਨੇਡਾ ਅਪਲਾਈ ਕਰਦਾ ਹੈ ਪੀਟੀਈ ਦੇ ਨਾਲ, ਡੈਫੀਨੇਟਲੀ ਉਹਦੇ ਉੱਤੇ ਵੀ ਵੀਜ਼ਾ ਆਉਂਦਾ ਹੈ। ਆਪਾਂ 2 ਕੈਟਾਗਰੀਜ਼ ਸੁਣਦੇ ਹਾਂ, ਐਸਡੀਐਸ ਤੇ ਨੌਨ ਐਸਡੀਐਸ। ਐਸਡੀਐਸ ਕੈਟਾਗਰੀ ਉਹ ਹੈ ਜਿਹਦੇ ਵਿੱਚ ਆਇਲਸ ਦਾ ਸਕੋਰ 6 ਈਚ ਹੈ, ਤੇ ਨੌਨ ਐਸਡੀਐਸ ਕੈਟਾਗਰੀ ਉਹ ਹੈ ਜਿਹਦੇ ਵਿੱਚ ਆਇਲਸ ਦਾ ਸਕੋਰ 6 ਓਵਰਆਲ ਨਾਟ ਲੈਸ ਦੈਨ 5.5 ਹੈ। ਪੀਟੀ ਵਾਲਾ ਸਟੂਡੈਂਟ ਵੀ ਨੌਨ ਐਸਡੀਐਸ ਦੇ ਵਿੱਚ ਕੰਸੀਡਰ ਹੁੰਦਾ ਹੈ। ਦੈਟ ਮੀਨਸ ਕਿ ਨੌਨ ਐਸਡੀਐਸ ਦੇ ਵੀ ਵੀਜ਼ੇ ਆਉਂਦੇ ਜਿਹੜੇ ਸਟੂਡੈਂਟ ਅਪਲਾਈ ਕਰਦੇ, ਤਾਂ ਡੈਫੀਨੇਟਲੀ ਜਿਹੜੇ ਬੱਚੇ ਪੀਟੀ ਨਾਲ ਵੀ ਅਪਲਾਈ ਕਰਦੇ ਨੇ ਉਹਨਾਂ ਦਾ ਵੀ ਵੀਜ਼ਾ ਆਉਂਦਾ। ਹੁਣ ਜਦੋਂ ਤੁਸੀਂ
ਵਿਦ ਆਇਲਸ ਅਪਲਾਈ ਕਰ ਰਹੇ ਹੋ ਜਾਂ ਵਿਦਆਊਟ ਆਇਲਸ ਅਪਲਾਈ ਕਰ ਰਹੇ ਹੋ ਜਾਂ ਪੀਟੀ ਦੇ ਬਿਹਾਫ ਤੇ ਅਪਲਾਈ ਕਰ ਰਹੇ ਹੋ, ਤੇ ਗੱਲ ਆਉਂਦੀ ਹੈ ਕਿ ਤੁਸੀਂ ਕੈਨੇਡਾ ਜਦੋਂ ਅਪਲਾਈ ਕੀਤਾ ਤਾਂ ਜਿਹੜੇ 3 ਮੇਜਰ ਪੁਆਇੰਟ ਨੇ ਕੀ ਤੁਸੀਂ ਉਹਨਾਂ ਦੇ ਉੱਤੇ ਵਰਕਆਊਟ ਕੀਤਾ। ਫਸਟ ਹੈ ਕਿ ਤੁਸੀਂ ਆਪਣੇ ਰੈਲੇਵੈਂਟ ਪ੍ਰੋਗਰਾਮ ਔਰ ਅਪਗ੍ਰੇਡਡ ਪ੍ਰੋਗਰਾਮ 'ਚ ਅਪਲਾਈ ਕਰ ਰਹੇ ਹੋ। ਸੈਕਿੰਡ ਹੈ ਅਗਰ ਤੁਹਾਡੀ ਕੋਈ ਡਿਸਕੰਟੀਨਿਊਟੀ ਹੈ, ਕੋਈ ਗੈਪ ਹੈ, ਤਾਂ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਲੌਜੀਕਲੀ ਜਸਟੀਫਾਈ ਕਰਦੇ ਹੋ ਜਿਹੜਾ ਕਿ ਤੁਹਾਡਾ ਐਜ਼ ਏ ਬ੍ਰਿਜ ਵਰਕਆਊਟ ਕਰਦਾ ਹੈ previous academics or proposed studies ਦੇ ਨਾਲ। ਐਂਡ ਥਰਡ ਮੇਜਰ ਇੰਪੋਰਟੈਂਟ ਹੈ ਜੀ ਤੁਹਾਡੀ SOP। ਵੈਲ ਡਰਾਫਟਡ SOP ਹੈ ਤਾਂ ਉਹ ਇੱਕ ਬਹੁਤ ਵਧੀਆ ਪ੍ਰੈਜੈਂਟੇਸ਼ਨ ਹੈ ਤੁਹਾਡੇ ਪ੍ਰੋਫਾਈਲ ਦੀ ਵੀਜ਼ਾ ਆਫਿਸਰ ਨੂੰ। ਹੁਣ ਗੱਲ PTE ਦੇ ਨਾਲ ਮੈਂ ਇੱਕ ਕਲੀਅਰ ਕਰ ਦਿੰਦਾ ਕਿ ਜਿਹੜਾ ਵੀ ਸਟੂਡੈਂਟ PTE ਦੇ ਬਿਹਾਫ ਤੇ ਅਪਲਾਈ ਕਰ ਰਿਹਾ ਉਹ ਕਾਲਜ ਦੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਇੰਗਲਿਸ਼ ਰਿਕੁਆਇਰਮੈਂਟ ਜ਼ਰੂਰ ਚੈੱਕ ਕਰੇ। PTE ਦੀਆਂ ਰਿਕੁਆਇਰਮੈਂਟਸ ਆਉਂਦੀਆਂ ਨੇ ਕਈ ਜਗ੍ਹਾ ਦੇ ਉੱਤੇ 56 ਓਵਰਆਲ ਨਾਟ ਲੈਸ ਦੈਨ 54 ਓਵਰਆਲ ਨਾਟ ਲੈਸ ਦੈਨ 53 ਪ੍ਰੋਗਰਾਮ ਟੂ ਪ੍ਰੋਗਰਾਮ ਐਂਡ ਇੰਸਟੀਟਿਊਸ਼ਨ ਟੂ ਇੰਸਟੀਟਿਊਸ਼ਨ ਵੇਰੀ ਕਰਦੀ ਹੈ। ਕੋਈ ਵੀ ਸਟੂਡੈਂਟ ਇਸ ਗਲਤਫਹਿਮੀ 'ਚ ਨਾ ਰਹਿ ਜਾਏ ਕਿ ਮੇਰੇ 52 ਓਵਰਆਲ ਆ ਗਏ ਨਾਟ ਲੈਸ ਦੈਨ 51 ਮੈਂ ਤਾਂ 6E 'ਚ ਕੰਸੀਡਰ ਹੋ ਗਿਆ। ਨੋ, ਤੁਹਾਨੂੰ PTE ਦੀ ਰਿਕੁਆਇਰਮੈਂਟ ਸਮਝਣੀ ਪਊਗੀ ਤੁਹਾਡੇ ਪ੍ਰੋਗਰਾਮ ਦੇ ਅਕੋਰਡਿੰਗਲੀ। ਅਗਰ ਤੁਸੀਂ PTE 'ਚ ਉਹਨਾਂ ਸਕੋਰ ਲਿਆ ਤਾਂ ਡੈਫੀਨੇਟਲੀ ਜਿਹੜਾ ਸ਼ਬਦ ਹੈ ਵਿਦਆਊਟ ਆਇਲਸ ਤੁਸੀਂ ਉਹਨੂੰ ਪ੍ਰੂਵ ਕਰ ਸਕਦੇ ਹੋ ਕੈਨੇਡਾ ਵੀਜ਼ਾ ਦੇ ਨਾਲ। ਇਹ ਸਾਰੀਆਂ ਗੱਲਾਂ ਤੋਂ ਮੇਰੇ ਦਿਮਾਗ 'ਚ ਫਿਰ ਉਹੀ ਸਵਾਲ ਦੁਬਾਰਾ ਆ ਗਿਆ, ਜਿਹੜਾ ਸਟੂਡੈਂਟ 5.5 ਦੇ ਇਰਦ ਗਿਰਦ ਰਹਿ ਗਿਆ ਸੀ ਆਇਲਸ ਦੇ ਵਿੱਚ, ਉਹ PTE 'ਚ ਰੈਲੇਵੈਂਟ ਸਕੋਰ ਕਿਸੇ ਵੀ ਕੋਰਸ ਜਿਹੜਾ ਉਹਨੇ ਡਿਸਾਈਡ ਕੀਤਾ ਆ ਕਿ ਉਹ ਲੈ ਸਕਦਾ ਕੀ ਲੈਂਦਾ ਹੈ, ਤੁਸੀਂ ਦੇਖੋ ਬਿਲਕੁਲ ਲੈਂਦਾ ਜੀ ਡੈਫੀਨੇਟਲੀ, ਕਿਉਂਕਿ ਸਟੈਂਡਰਡ ਜਿਹੜਾ ਹੁੰਦਾ ਉਹ ਕਿਤੇ ਨਾ ਕਿਤੇ ਵੇਰੀ ਕਰਦਾ ਹੈ, ਟਾਈਪ ਆਫ ਕੁਐਸਚਨਸ ਕਿਤੇ ਨਾ ਕਿਤੇ ਵੇਰੀ ਕਰਦੇ ਹੈ। ਸੋ ਉਸ ਪੁਆਇੰਟ ਆਫ ਵਿਊ ਦੇ ਨਾਲ ਹੁੰਦਾ ਕੀ ਹੈ ਦੀਪਕ ਜੀ, ਇਹ ਗੱਲ ਆ ਜਾਂਦੀ ਹੈ ਮੁੜ ਘਿੜ ਕੇ ਕੰਸੀਡਰ ਕੀਤਾ ਜਾਵੇ ਤੇ ਜਦੋਂ ਬੱਚਾ ਆਇਲਸ ਅਟੈਂਪਟ ਕਰਦਾ ਜੀ ਉਹਦੇ ਇੱਕ ਵਾਰੀ ਓਵਰਆਲ 5.5 ਆਏ, ਫਿਰ ਉਹਨੇ ਦੂਜੀ ਵਾਰੀ ਕੀਤਾ ਉਹਦੇ 6 ਓਵਰਆਲ ਆਏ, ਇੱਕ 'ਚ 5 ਰਹਿ ਗਏ ਤਾਂ 2 ਵਾਰੀ ਆਇਲਸ ਦੀ ਤਿਆਰੀ ਕਰ ਗਿਆ ਬਟ ਉਹਦਾ ਡਿਜ਼ਾਇਰਡ ਸਕੋਰ ਅਚੀਵ ਨਹੀਂ ਹੋਇਆ। PTE ਦੇ ਵਿੱਚ ਉਹਦੇ ਕੋਲ ਇੱਕ ਬ੍ਰੈਕਟ ਆ ਗਈ, ਕੁਝ ਸੈਟ ਆਫ ਕੁਐਸਚਨਸ ਡਿਫਰੈਂਟ ਹੋ ਗਏ ਤਾਂ 2 ਵਾਰੀ ਦੀ ਜਿਹੜੀ ਉਹਦੀ ਆਇਲਸ ਕੀਤੀ ਹੋਈ ਮਿਹਨਤ ਹੈ ਉਹ ਤੀਜੀ ਵਾਰੀ ਉਹਨੂੰ PTE ਦੇ ਵਿੱਚ ਬੈਨੀਫਿਟ ਦੇ ਜਾਂਦੀ ਹੈ, ਜਿਹੜਾ ਉਹ ਆਇਲਸ ਦੇ ਵਿੱਚ ਆਪਣਾ ਮੋਰਾਲ ਜਿਹੜਾ ਉਹ ਡਾਊਨ ਕਰ ਚੁੱਕਾ ਹੈ। ਸੋ ਦੋਸਤੋ, ਜਗਪ੍ਰੀਤ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਆਈ ਹੋਪ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਵਿਦਆਊਟ ਆਇਲਸ ਜਿਹੜਾ ਹੈਗਾ ਉਹਦੇ 'ਚ ਵੀ ਅੰਗਰੇਜ਼ੀ ਪੜ੍ਹੇ ਬਿਨਾਂ ਤੁਹਾਡਾ ਖਹਿੜਾ ਨਹੀਂ ਛੁੱਟਣਾ, ਕਿਤੇ ਨਾ ਕਿਤੇ ਪੜ੍ਹਨਾ ਹੀ ਪੈਣਾ। PTE ਕਲੀਅਰ ਕਰਨ ਤੋਂ ਬਾਅਦ ਹੀ ਤੁਸੀਂ ਜਾ ਸਕਦੇ ਹੋ। ਸੋ ਕਿਸੇ ਵੀ ਐਡਵਰਟਾਈਜ਼ਮੈਂਟ ਤੋਂ ਗੁੰਮਰਾਹ ਨਾ ਹੋਇਓ, स्टडी ਤੁਹਾਨੂੰ करनी पैनी। धन्यवाद, थैंक यू जी। नमस्कार दोस्तों, जो दोस्त ब्रॉडवे इमिग्रेशन की सर्विसेज लेना चाहते हैं वो कैसे हमारे साथ कांटेक्ट कर सकते हैं, उसके लिए मैं आपको शुरू में जरूर बताऊंगा। सो यू जस्ट हैव टू फॉलो 3 steps, a simple 3 steps. Number 1, you need to visit our website broadwaystudy.com. Number 2, you need to fill a form. वेबसाइट पे एक फॉर्म होगा, you have to fill your name, number and the country you wish to travel. And number 3, उसके बाद जब आप फॉर्म सबमिट करेंगे यू कैन सी आवर ऑनलाइन काउंसलर्स आउट देयर। यू कैन सेलेक्ट योर काउंसलर बाय जस्ट क्लिकिंग एनी वन ऑफ देम एंड द वीडियो कॉल विल स्टार्ट ऑटोमेटिकली। जैसे ही आप किसी एक काउंसलर के नाम पे क्लिक करेंगे वो वीडियो कॉल अपने आप ऑटोमेटिकली स्टार्ट हो जाएगी। सो एनीवेयर फ्रॉम इंडिया, आउटसाइड इंडिया, you wish to take a Broadway immigration services, you can apply with us online from your home, from your country. Thank you. ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।